ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਦਾ ਜੀਵਨ ਬ੍ਰਿਤਾਂਤ ਅੱਗੇ ਇਸ ਤਰ੍ਹਾਂ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਮਥੁਰਾ ਤੋਂ ਚੱਲ ਕੇ ਗੁਰੂ ਜੀ ਜੋਗੀਆਂ ਦੇ ਪ੍ਰਸਿੱਧ ਅਸਥਾਨ ਗੋਰਖ ਮੱਤੇ ਪੁੱਜੇ। ਇੱਥੇ ਜੰਗਲ ਵਿੱਚ ਕੰਨ ਪਾਟੇ ਜੋਗੀ ਗੋਰਖਨਾਥ ਅਤੇ ਉਸਦੇ ਚੇਲੇ ਰਹਿੰਦੇ ਸਨ। ਗੁਰੂ ਜੀ ਨੇ ਉਹਨਾਂ ਦੇ ਡੇਰੇ ਤੋਂ ਕੁਝ ਦੂਰ ਬੈਠ ਕੇ ਕੀਰਤਨ ਆਰੰਭ ਕਰ ਦਿੱਤਾ। ਸਾਰੇ ਜੋਗੀ ਆਪ ਜੀ ਪਾਸ ਆਣ ਇਕੱਠੇ ਹੋਏ। ਜੋਗੀਆਂ ਨੇ ਪੁੱਛਿਆ, ਤੁਹਾਡਾ ਮਤ ਕੀ ਹੈ? ਤੁਸੀਂ ਕੌਣ ਹੋ ਅਤੇ ਕਿੱਥੋਂ ਆਏ ਹੋ ਅਤੇ ਇੱਥੇ ਕਿਸ ਤਰ੍ਹਾਂ ਆਏ ਹੋ? ਗੁਰੂ ਜੀ ਨੇ ਕਿਹਾ, ਅਸੀਂ ਨਿਰੰਕਾਰੀ ਹਾਂ ਅਤੇ ਨਿਰੰਕਾਰ ਦੇ ਦੇਸ਼ ਵਿੱਚੋਂ ਆਏ ਹਾਂ। ਇੱਥੇ ਤੁਹਾਡੇ ਦਰਸ਼ਨ ਕਰਨ ਆਏ ਹਾਂ। ਜੋਗੀਆਂ ਨੇ ਕਿਹਾ, ਸਾਡਾ ਜੋਗ ਮਤ ਧਾਰਨ ਕਰ ਲਵੋ, ਤੁਹਾਨੂੰ ਸੱਚਾ ਮਾਰਗ ਪ੍ਰਾਪਤ ਹੋ ਜਾਵੇਗਾ। ਗੁਰੂ ਜੀ ਬੋਲੇ ਕਿ ਸੱਚਾ ਮਾਰਗ ਕਿਸੇ ਭੇਸ ਵਿੱਚ ਸੀਮਤ ਨਹੀਂ ਹੈ। ਜਿਹੜਾ ਵੀ ਪੁਰਸ਼ ਆਪਣੇ ਆਪ ਨੂੰ ਜਗਤ ਦੀਆਂ ਬੁਰਾਈਆਂ ਤੋਂ ਬਚਾ ਰੱਖ ਕੇ ਰੱਖਦਾ ਹੈ, ਉਸ ਨੂੰ ਹੀ ਸੱਚਾ ਮਾਰਗ ਪ੍ਰਾਪਤ ਹੋ ਜਾਂਦਾ ਹੈ। ਅਨੇਕ ਪ੍ਰਕਾਰ ਦੀਆਂ ਚਰਚਾ ਕਰਕੇ ਸਿੱਧਾਂ ਨੇ ਆਪ ਜੀ ਨੂੰ ਕਾਮਲ ਫਕੀਰ ਵੇਖ ਕੇ ਕਿਹਾ ਕਿ ਤੁਸੀਂ ਜੋਗ ਮਤ ਦੇ ਚਿੰਨ੍ਹ ਖਿੰਥਾ, ਮੁੰਦਰਾ, ਝੋਲੀ ਅਤੇ ਡੰਡਾ ਆਦਿਕ ਧਾਰਨ ਕਰ ਲਵੋ ਅਤੇ ਸਰੀਰ ਉੱਤੋਂ ਇਹ ਰੰਗ ਬਰੰਗੇ ਕੱਪੜੇ ਉਤਾਰ ਕੇ ਸਵਾਹ ਮਲ ਲਵੋ। ਸਾਡਾ ਭੇਖ ਧਾਰਨ ਕਰ ਲਵੋ। ਇਹ ਵੇਸ ਧਰਨ ਨਾਲ ਤੁਹਾਡੀ ਬਹੁਤ ਮਾਨਤਾ ਹੋ ਜਾਵੇਗੀ। ਗੁਰੂ ਜੀ ਨੇ ਕਿਹਾ, ਇਹਨਾਂ ਚਿੰਨ੍ਹਾਂ ਦੇ ਧਾਰਨ ਕਰਨ ਨਾਲ ਜੋਗ ਨਹੀਂ ਹੋ ਸਕਦਾ। ਯਥਾ ਆਪ ਜੀ ਨੇ ਫਰਮਾਇਆ, ਸੂਹੀ ਮਹੱਲਾ ਪਹਿਲਾ। ਜੋਗ ਨਾ ਖਿੰਥਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈਐ, ਜੋਗ ਨਾ ਮੁੰਦੀ ਮੁੱਢ ਮੁੜਾਈਐ, ਜੋਗ ਨਾ ਸਿੰਧੀ ਵਾਈਐ, ਅੰਜਨ ਮਾਂ ਨਿਰੰਜਨ ਰਹੀਐ, ਜੋਗ ਜੁਗਤ ਇਹ ਪਾਈਐ, ਨਾਨਕ ਜੀਵਤਿਐ ਮਰ ਰਹੀਐ, ਐਸਾ ਜੋਗ ਕਮਾਈਐ, ਵਾਜੈ ਬਾਜੈ ਸਿੰਧੀ ਵਾਜੈ, ਤਿਉ ਨਿਰਭਉ ਪਦ ਪਾਈਐ। ਹੇ ਜੋਗੀ ਜਨੋ, ਖਿੰਥਾ ਤੇ ਡੰਡਾ ਧਾਰਨ ਕਰਨਾ, ਸਰੀਰ ਉੱਤੇ ਸਵਾਹ ਲਾਉਣੀ ਤੇ ਸਿੰਗੀ ਵਜਾਉਣੀ ਅਤੇ ਸਿਰ ਮੁੰਨਣ ਨਾਲ ਜੋਗ ਨਹੀਂ ਹੁੰਦਾ। ਜੋਗ ਦੀ ਜੁਗਤੀ ਇਹ ਹੈ ਕਿ ਮਾਇਆ ਦੇ ਵਿੱਚ ਰਹਿੰਦੇ ਹੋਏ ਐਸਾ ਜੀਵਨ ਬਿਤਾਈਏ ਕਿ ਜਗਤ ਵੱਲੋਂ ਮੁਰਦੇ ਸਮਾਨ ਅਡੋਲ, ਨਿਰਇੱਛਤ ਤੇ ਨਿਰਵਕਾਰ ਰਹੀਏ। ਫਿਰ ਜਦ ਸਿੰਗੀ ਨੂੰ ਫੂਕ ਮਾਰਨ ਤੋਂ ਬਿਨਾਂ ਹੀ ਅਨਹਦ ਦੀ ਧੁਨੀ ਹੋ ਉੱਠੇ ਤਾਂ ਅਲਖ ਨਿਰੰਜਨ ਪਦ ਨੂੰ ਪਾਈਦਾ ਹੈ। ਗੁਰੂ ਜੀ ਦੇ ਇਹ ਬਚਨ ਸੁਣ ਕੇ ਸਿੱਧ ਆਦੇਸ਼ ਕਰਕੇ ਆਪਣੀ ਮੌਜ ਨਾਲ ਉੱਠ ਕੇ ਪਹਾੜਾਂ ਨੂੰ ਚੱਲ ਗਏ। ਸਿੱਧਾਂ ਉੱਤੇ ਇਸ ਚਰਚਾ ਦੁਆਰਾ ਗੁਰੂ ਜੀ ਦੀ ਵਿਜੈ ਦੇ ਕਾਰਨ ਗੋਰਖ ਮੱਤੇ ਦਾ ਨਾਮ ਨਾਨਕ ਮੱਤਾ ਪ੍ਰਸਿੱਧ ਹੋ ਗਿਆ। ਇੱਥੇ ਗੁਰਦੁਆਰਾ ਕਾਇਮ ਹੈ ਅਤੇ ਵਿਸਾਖੀ ਨੂੰ ਬੜਾ ਭਾਰਾ ਮੇਲਾ ਲੱਗਦਾ ਹੈ। ਇਸ ਨਾਨਕ ਮਤੇ ਸਥਾਨ ਤੋਂ ਚੱਲ ਕੇ ਜਦ ਗੁਰੂ ਜੀ ਪੂਰਬ ਦਿਸ਼ਾ ਬਨਾਰਸ ਨੂੰ ਜਾ ਰਹੇ ਸਨ ਤਾਂ ਰਸਤੇ ਵਿੱਚ ਕੁਝ ਅੱਗੇ ਜਾ ਕੇ ਮਰਦਾਨੇ ਨੇ ਕਿਹਾ, ਮਹਾਰਾਜ, ਜੰਗਲਾਂ ਪਹਾੜਾਂ ਵਿੱਚ ਹੀ ਲਈ ਫਿਰਦੇ ਹੋ। ਮੈਨੂੰ ਭੁੱਖ ਬਹੁਤ ਲੱਗੀ ਹੈ। ਜੇ ਕੁਝ ਖਾਣ ਨੂੰ ਮਿਲ ਜਾਵੇ ਤਾਂ ਖਾ ਕੇ ਤੁਹਾਡੇ ਨਾਲ ਤੁਰਨ ਜੋਗਾ ਹੋ ਜਾਵਾਂ। ਉਸ ਸਮੇਂ ਗੁਰੂ ਜੀ ਇੱਕ ਰੀਠੇ ਦੇ ਬ੍ਰਿਛ ਹੇਠਾਂ ਆਰਾਮ ਕਰ ਰਹੇ ਸਨ। ਆਪ ਜੀ ਨੇ ਬ੍ਰਿਛ ਫਲ ਦੇਖ ਕੇ ਮਰਦਾਨੇ ਨੂੰ ਆਖਿਆ, ਮਰਦਾਨਾ, ਜੇਕਰ ਤੈਨੂੰ ਭੁੱਖ ਲੱਗੀ ਹੈ ਤਾਂ ਇਸ ਰੀਠੇ ਦੀ ਟਾਹਣੀ ਨੂੰ ਹਿਲਾ ਕੇ ਰੀਠੇ ਡੇਗ ਕੇ ਖਾ ਲੈ। ਮਰਦਾਨੇ ਨੇ ਹੁਕਮ ਮੰਨ ਕੇ ਜਦ ਰੀਠੇ ਡੇਗ ਕੇ ਖਾਧੇ ਤਾਂ ਉਹ ਛੁਹਾਰਿਆਂ ਵਾਂਗੂ ਮਿੱਠੇ ਸਨ। ਉਸਨੇ ਰੱਜ ਕੇ ਖਾ ਲਏ। ਇਸ ਬ੍ਰਿਛ ਦੇ ਰੀਠੇ ਅੱਜ ਵੀ ਮਿੱਠੇ ਹੀ ਹਨ, ਜੋ ਨਾਨਕ ਮੱਤੇ ਜਾਣ ਵਾਲੇ ਪ੍ਰੇਮੀਆਂ ਨੂੰ ਪ੍ਰਸ਼ਾਦ ਵਜੋਂ ਦਿੱਤੇ ਜਾਂਦੇ ਹਨ। ਮਿੱਠਾ ਰਿੱਠਾ ਨਾਨਕ ਮੱਤੇ ਤੋਂ ਪੂਰਬ ਦਿਸ਼ਾ ਵੱਲ 45 ਮੀਲ ਦੂਰ ਹੈ। ਇਸ ਤਰ੍ਹਾਂ ਹੀ ਪਹਾੜੀ ਇਲਾਕੇ ਵਿੱਚੋਂ ਲੰਘਦੇ ਹੋਏ ਗੁਰੂ ਜੀ ਸ਼੍ਰੀ ਰਾਮਚੰਦਰ ਜੀ ਦੇ ਜਨਮ ਸਥਾਨ ਅਯੁੱਧਿਆ ਨਗਰੀ ਆ ਗਏ। ਬਹੁਤ ਸਾਰੇ ਲੋਕ
ਅਤੇ ਪੰਡਤ ਗੁਰੂ ਜੀ ਪਾਸ ਆਣ ਇਕੱਠੇ ਹੋਏ। ਗੁਰੂ ਜੀ ਨੇ ਇੱਕ ਪੰਡਤ ਨੂੰ ਪੁੱਛਿਆ ਕਿ ਅਸਾਂ ਸੁਣਿਆ ਸੀ ਕਿ ਅਯੋਧਿਆ ਨਗਰੀ ਨੂੰ ਸ਼੍ਰੀ ਰਾਮਚੰਦਰ ਜੀ ਆਪਣੇ ਨਾਲ ਹੀ ਬੈਕੁੰਠ ਲੈ ਗਏ ਸਨ, ਫਿਰ ਇਹ ਤਾਂ ਇੱਥੇ ਹੀ ਹਨ। ਪੰਡਤਾਂ ਨੇ ਕਿਹਾ, ਉਹ ਕੇਵਲ ਅਯੋਧਿਆ ਨਗਰੀ ਦੇ ਜੀਵਾਂ ਨੂੰ ਹੀ ਨਾਲ ਲੈ ਗਏ ਸਨ। ਮਹਿਲ ਮਾੜੀਆਂ ਅਤੇ ਹੋਰ ਸਭ ਕੁਝ ਇੱਥੇ ਹੀ ਰਿਹਾ ਸੀ। ਗੁਰੂ ਜੀ ਨੇ ਕਿਹਾ, ਉਹਨਾਂ ਲੋਕਾਂ ਨੇ ਸ਼੍ਰੀ ਰਾਮਚੰਦਰ ਜੀ ਦੇ ਦਰਸ਼ਨ ਕੀਤੇ ਸਨ, ਜਿਸ ਕਰਕੇ ਉਹ ਉਹਨਾਂ ਦੇ ਨਾਲ ਹੀ ਬੈਕੁੰਠ ਨੂੰ ਚਲੇ ਗਏ ਸਨ। ਪਰ ਤੁਸੀਂ ਲੋਕ ਜਦ ਤੱਕ ਗੁਰੂ ਉਪਦੇਸ਼ ਦੁਆਰਾ ਭਗਤੀ ਧਾਰਨ ਨਹੀਂ ਕਰੋਗੇ, ਤਦ ਤੱਕ ਤੁਸੀਂ ਬੈਕੁੰਠ ਨਹੀਂ ਜਾ ਸਕੋਗੇ। ਉਹਨਾਂ ਨੇ ਕਿਹਾ, ਗੁਰੂ ਤਾਂ ਕਈ ਪ੍ਰਕਾਰ ਦੇ ਹਨ, ਅਸੀਂ ਕਿਸ ਗੁਰੂ ਨੂੰ ਧਾਰਨ ਕਰੀਏ? ਗੁਰੂ ਜੀ ਨੇ ਦੱਸਿਆ, ਜਿਸ ਤੇ ਆਪਣੇ ਮਨ ਵਿੱਚ ਪੂਰਨ ਗਿਆਨ ਹੋਵੇ, ਮੋਹ ਮਾਇਆ ਤੋਂ ਨਿਰਲੇਪ ਹੋਵੇ, ਉਹ ਆਪ ਵੀ ਤਰ ਜਾਂਦਾ ਹੈ ਅਤੇ ਦੂਸਰਿਆਂ ਨੂੰ ਵੀ ਜੋ ਉਸ 'ਤੇ ਲੜ ਲੱਗਦੇ ਹਨ, ਉਹ ਅੰਤ ਸਮੇਂ ਬੈਕੁੰਠ ਨੂੰ ਜਾਂਦੇ ਹਨ। ਗੁਰੂ ਜੀ ਨੇ ਇਹ ਬਚਨ ਸੁਣ ਕੇ ਪੰਡਤਾਂ ਨੇ ਕਿਹਾ, ਮਹਾਰਾਜ, ਸਾਨੂੰ ਤੁਸੀਂ ਹੀ ਉਪਦੇਸ਼ ਦਿਓ। ਤਦ ਆਪ ਜੀ ਨੇ ਉਹਨਾਂ ਨੂੰ ਸਤਨਾਮ ਦਾ ਉਪਦੇਸ਼ ਦੇ ਕੇ ਨਿਹਾਲ ਕੀਤਾ। ਅਯੋਧਿਆ ਤੋਂ ਚੱਲ ਕੇ ਗੁਰੂ ਜੀ ਦੇ ਰਸਤੇ ਵਿੱਚ ਆਪਣੇ ਮਿਸ਼ਨ ਦਾ ਪਹਾੜੀ ਲੋਕਾਂ ਵਿੱਚ ਪ੍ਰਚਾਰ ਕਰਦੇ ਹੋਏ ਬਨਾਰਸ ਪਹੁੰਚ ਗਏ। ਇਹ ਸ਼ਹਿਰ ਹਿੰਦੂ ਮਤ ਦੇ ਬੜੇ ਬੜੇ ਵਿਦਵਾਨ ਪੰਡਤਾਂ ਦਾ ਕੇਂਦਰ ਸੀ। ਆਪ ਜੀ ਦਾ ਬਾਹਰਲਾ ਅਚਰਜ ਪਹਿਰਾਵਾ ਗੇਰੂਆ ਰੰਗ, ਕੁੜਤਾ ਉੱਪਰ ਚਿੱਟਾ ਚਾਦਰਾ, ਇੱਕ ਪੈਰ ਜੁੱਤੀ, ਇੱਕ ਪੈਰ ਖੋਸ, ਸਿਰ 'ਤੇ ਟੋਪੀ, ਗਲ ਵਿੱਚ ਮਾਲਾ ਅਤੇ ਮੱਥੇ 'ਤੇ ਕੇਸਰ ਦਾ ਤਿਲਕ ਦੇਖ ਕੇ ਬਹੁਤ ਲੋਕ ਇਕੱਠੇ ਹੋ ਗਏ। ਅਨੇਕ ਪ੍ਰਕਾਰ ਦੇ ਪ੍ਰਸ਼ਨ ਪੁੱਛਣ ਲੱਗੇ। ਜਦ ਲੋਕਾਂ ਨੇ ਦੇਖਿਆ ਕਿ ਇਹ ਪ੍ਰਸ਼ਨ ਦੇ ਉੱਤਰ ਬੜੇ ਗੰਭੀਰ ਢੰਗ ਨਾਲ ਦਿੰਦੇ ਹਨ, ਤਾਂ ਉਹ ਇੱਕ ਵਿਦਵਾਨ ਪੰਡਤ ਚਤਰਦਾਸ ਨੂੰ ਸੱਦ ਲਿਆਏ। ਉਸਨੇ ਗੁਰੂ ਜੀ ਨਾਲ ਚਰਚਾ ਛੇੜ ਦਿੱਤੀ। ਪੰਡਤ ਚਤਰਦਾਸ ਨੇ ਕਿਹਾ, ਮਹਾਰਾਜ, ਅਸੀਂ ਭਾਵੇਂ ਰੋਜ਼ ਹੀ ਵੇਦ ਸ਼ਾਸਤਰ ਪੜ੍ਹਦੇ ਸੁਣਦੇ ਹਾਂ, ਪਰ ਸਾਡੇ ਮਨ ਦਾ ਹੰਕਾਰ ਨਹੀਂ ਮਿਟਦਾ ਅਤੇ ਮਨ ਨੂੰ ਸ਼ਾਂਤੀ ਨਹੀਂ ਹੁੰਦੀ। ਇਸ ਦਾ ਕੀ ਕਾਰਨ ਹੈ? ਗੁਰੂ ਜੀ ਨੇ ਕਿਹਾ, ਜੇਕਰ ਮਨ ਅੰਦਰ ਸਦਾ ਹੀ ਬੁਰਾਈਆਂ ਦਾ ਚਿਤਵਨ ਹੁੰਦਾ ਹੋਵੇ, ਤਾਂ ਫਿਰ ਵੇਦ ਸ਼ਾਸਤਰਾਂ ਦੇ ਉਪਦੇਸ਼ ਦਾ ਅਸਰ ਕਿਸ ਤਰ੍ਹਾਂ ਹੋ ਸਕਦਾ ਹੈ? ਪਹਿਲਾਂ ਆਪਣੇ ਮਨ ਤੋਂ ਝੂਠ, ਨਿੰਦਿਆ, ਲੋਭ, ਲਾਲਚ ਆਦਿ ਬੁਰਾਈਆਂ ਨੂੰ ਦੂਰ ਕਰੋ। ਫਿਰ ਵੇਦ ਸ਼ਾਸਤਰਾਂ ਨੂੰ ਪੜ੍ਹ ਸੁਣ ਕੇ ਉਸ 'ਤੇ ਗਿਆਨ ਉਪਦੇਸ਼ ਨੂੰ ਧਾਰਨ ਕਰੋਗੇ ਤਾਂ ਤੁਹਾਡੇ ਮਨ ਨੂੰ ਸ਼ਾਂਤੀ ਪ੍ਰਾਪਤ ਹੋਵੇਗੀ। ਫਿਰ ਪੰਡਤਾਂ ਨੇ ਕਿਹਾ, ਮਹਾਰਾਜ, ਪਰਮੇਸ਼ਰ ਦੇ ਕਿਸ ਨਾਮ ਦਾ ਜਪ ਕਰਨ ਨਾਲ ਮੁਕਤੀ ਹੁੰਦੀ ਹੈ? ਗੁਰੂ ਜੀ ਨੇ ਕਿਹਾ, ਜਿਵੇਂ ਸਾਰੀਆਂ ਬੇੜੀਆਂ ਹੀ ਨਦੀ ਤੋਂ ਪਾਰ ਕਰਨ ਵਾਲੀਆਂ ਹੁੰਦੀਆਂ ਹਨ, ਜਿਸ ਉੱਤੇ ਕੋਈ ਚੜ੍ਹ ਜਾਵੇ ਉਸ ਨੂੰ ਉਹੀ ਬੇੜੀ ਨਦੀ ਤੋਂ ਪਾਰ ਉਤਾਰ ਦਿੰਦੀ ਹੈ। ਇਸ ਤਰ੍ਹਾਂ ਹੀ ਗੁਰੂ ਰੂਪੀ ਮਲਾਹ ਜਿਸ ਨਾਮ ਰੂਪੀ ਬੇੜੀ ਉੱਤੇ ਚੜ੍ਹਾਵੇ, ਉਸ ਉੱਤੇ ਚੜ੍ਹ ਕੇ ਪਾਰ ਉਤਾਰਾ ਹੋ ਜਾਂਦਾ ਹੈ। ਪੰਡਤਾਂ ਨੇ ਕਿਹਾ, ਮਹਾਰਾਜ, ਸਾਨੂੰ ਕਿਸ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ? ਗੁਰੂ ਜੀ ਨੇ ਕਿਹਾ, ਤੁਸੀਂ ਸਤਨਾਮ ਦਾ ਸਿਮਰਨ ਕਰਿਆ ਕਰੋ, ਤੁਹਾਡਾ ਪਾਰ ਉਤਾਰਾ ਹੋ ਜਾਵੇਗਾ। ਇਸ ਤਰ੍ਹਾਂ ਗਿਆਨ ਉਪਦੇਸ਼ ਦੀ ਚਰਚਾ ਕਰਕੇ ਗੁਰੂ ਜੀ ਉੱਥੋਂ ਅੱਗੇ ਚੱਲ ਪਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।